ਲੁਧਿਆਣਾ ਖਬਰਨਾਮਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਾਜਦੀਪ ਤੇ ਖਬਰਾਂ ਵੱਲ ਵਧਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ। किसानी संघर्ष दे विच अगे आए शहर वासी किते कीती चर्च दे विच प्रार्थना, किते दिखाए सरकार नूं काले झंडे। भारत बंद नूं कामयाब बनाउण दी कीती अपील। किसानी मोर्चे विच किसान दी होई मौत, जद्दी पिंड विच होया किसान दा अंतिम संस्कार। 2 दिन पहला दिल्ली गया सी किसान, अंतिम संस्कार दे मौके किसान दे लई लगाए नारे। पंजाब खेतीबाड़ी यूनीवर्सिटी दी वड्डी प्राप्ति, बेस्ट स्टेट एग्रीकल्चर यूनीवर्सिटी दा मिलिया अवार्ड। एग्रीकल्चर यूनीवर्सिटी रैंकिंग 2020 दे विच पहला स्थान कीता हासिल। मुख्यमंत्री कैप्टन अमरिंदर सिंह ने दित्ती वधाई। ते प्री निर्वाण दिवस के मौके ते संविधान निर्माता डॉक्टर BR अंबेडकर नूं कीता याद। वख-वख थाईं करवाए गए समागम, बाबा साहब दे सिद्धांतां ते पहरा देण दी आखी गल। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਸਭ ਤੋਂ ਪਹਿਲਾਂ ਗੱਲ ਕਿਸਾਨੀ ਸੰਘਰਸ਼ ਦੀ। ਕਿਸਾਨੀ ਸੰਘਰਸ਼ ਦੇ ਵਿੱਚ ਆਪਣੀ ਸਮਰਥਨ ਦੇਣ ਦੇ ਲਈ ਲੁਧਿਆਣਾ ਦਾ ਮਸੀਹੀ ਭਾਈਚਾਰਾ ਵੀ ਅੱਗੇ ਆਇਆ ਹੈ। ਮਸੀਹੀ ਭਾਈਚਾਰੇ ਦੇ ਵੱਲੋਂ ਚਰਚ ਦੇ ਵਿੱਚ ਕਿਸਾਨਾਂ ਦੀ ਕਾਮਯਾਬੀ ਦੇ ਲਈ ਪ੍ਰਾਰਥਨਾ ਕੀਤੀ ਗਈ ਅਤੇ ਕਿਸਾਨਾਂ ਦੀ ਸਿਹਤਯਾਬੀ ਦੇ ਲਈ ਦੁਆ ਮੰਗੀ ਗਈ। ਇਸ ਮੌਕੇ ਪਾਸਟਰ ਐਸੋਸੀਏਸ਼ਨ ਦੇ ਪ੍ਰਕਾਸ਼ ਮਸੀਹ ਨੇ ਇਸ ਪ੍ਰਾਰਥਨਾ ਦੀ ਅਗਵਾਈ ਕੀਤੀ। ਅਸੀਂ ਅੱਜ ਪ੍ਰਾਰਥਨਾ ਕੀਤੀ ਹੈ ਪਰਮੇਸ਼ਰ ਦੇ ਅੱਗੇ कि जो पिछले काफ़ी दिनों तो वो प्रोटेस्ट कर रहे हैं दिल्ली बॉर्डर के उपर, उन्होंने सेहत चंगी रहने लिए प्रार्थना की है, उन्होंने परिवारों लिए प्रार्थना की है और जिस मकसद के वास्ते वो लगे ने वो मकसद को पूरा कर सकन और वो जो हक मंगते उन्होंने हक मिल सकन। और उस लिए असी अज प्रार्थना की और खास करके अपने देश के लिए भी प्रार्थना की है और पंजाब स्टेट लिए भी प्रार्थना की है कि ये ਜਿਹੜਾ ਸਾਡਾ ਦੇਸ਼ ਹੈ ਉਹ ਹੋਰ ਤਰੱਕੀ ਪ੍ਰਾਪਤ ਕਰੇ ਔਰ ਸਾਡੇ ਦੇਸ਼ ਵਿੱਚ ਸ਼ਾਂਤੀ ਔਰ ਪਿਆਰ ਮੁਹੱਬਤ ਆਪਸੀ ਭਾਈਚਾਰਾ ਬਣਿਆ ਰਹੇ। ਬੜੀ ਅਫਸੋਸ ਦੀ ਗੱਲ ਹੈ ਕਿ ਸਾਡਾ ਜਿਹੜਾ ਅੰਨਦਾਤਾ ਹੈ ਪਹਿਲਾਂ ਪੰਜਾਬ ਵਿੱਚ ਰੁਲਦਾ ਸੀ, ਹੁਣ ਉਹ ਦਿੱਲੀ ਦੇ ਵਿੱਚ ਰੁਲ ਰਿਹਾ ਔਰ ਤੁਹਾਡੇ ਅੱਗੇ ਸਰਕਾਰ ਦੇ ਅੱਗੇ ਹੀ ਬੇਨਤੀ ਕਰਦੇ ਹਾਂ ਕਿ ਜਿਹੜਾ ਇਹ ਕਾਲਾ ਕਾਨੂੰਨਾਂ ਨੂੰ ਵਾਪਸ ਲਿਆ ਜਾਏ ਔਰ ਸਾਡਾ ਜਿੰਨਾ ਵੀ ਮਸੀਹ ਸਮਾਜ ਹੈ ਉਹ ਕਿਸਾਨ ਭਾਈਚਾਰੇ ਦੇ ਨਾਲ ਖੜਾ ਰਹੇਗਾ, ਕੰਧੇ ਨਾਲ ਕੰਧਾ ਮਿਲਾ ਕੇ ਉਹਨਾਂ ਦੇ ਨਾਲ ਚੱਲਾਂਗੇ। ਲੁਧਿਆਣਾ ਵਿਖੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਗਰੇਟਾ ਭਾਈਚਾਰੇ ਦੇ ਵੱਲੋਂ ਬੈਠਕ ਕੀਤੀ ਗਈ, ਜਿਸ ਦੇ ਵਿੱਚ ਜ਼ਿਲ੍ਹਾ ਲੁਧਿਆਣਾ ਦੀਆਂ ਵੱਖ-ਵੱਖ ਸੁਸਾਇਟੀਆਂ ਤੇ ਸੰਸਥਾਵਾਂ ਦੇ ਮੁੱਖ ਅਹੁਦੇਦਾਰਾਂ ਨੇ ਹਿੱਸਾ ਲਿਆ। ਕਿਸਾਨੀ ਮੋਰਚੇ ਨੂੰ ਆਪਣਾ ਸਮਰਥਨ ਦਿੰਦੇ ਹੋਏ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ ਨੇ ਅਤੇ ਕਿਸਾਨਾਂ ਦੀ ਸਾਰ ਲੈਣੀ ਚਾਹੀਦੀ ਹੈ। ਉੱਥੇ ਹੀ ਉਹਨਾਂ ਨੇ ਇਸ ਸੰਘਰਸ਼ ਦੇ ਵਿੱਚ ਰੰਗਰੇਟਾ ਭਾਈਚਾਰੇ ਦੇ ਲੋਕਾਂ ਦੇ ਹਿੱਸਾ ਲੈਣ ਦਾ ਵੀ ਧੰਨਵਾਦ ਕੀਤਾ ਹੈ। ਇੱਕ ਮੋਦੀ ਸਾਹਿਬ ਨੂੰ ਸੰਦੇਸ਼ ਦੇਣਾ ਚਾਹੁੰਦਾ ਵਾਂ ਕਿ ਜੋ ਅੱਜ ਸਾਡੇ ਕਿਸਾਨ ਭਰਾ ਅੱਜ ਦਿੱਲੀ ਦੇ ਵਿੱਚ ਧਰਨਾ ਲਾਈ ਬੈਠੇ ਨੇ, ਅੱਜ ਉਹਨਾਂ ਦੇ ਬੇਟੇ ਸਰਹੰਦ ਦੇ ਉੱਤੇ ਚਾਈਨਾ ਦੇ ਔਰ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਤੈਨਾਤ ਨੇ। ਜੋ ਉੱਥੇ ਇੱਕ ਸੈਨਿਕ ਸਾਬਕਾ ਸੈਨਿਕ ਦੇ ਨਾਲ ਲਾਠੀਚਾਰਜ ਕੀਤਾ ਗਿਆ, ਉਹਦੀ ਅੱਖ ਦੇ ਉੱਤੇ ਸੱਟ ਮਾਰੀ ਗਈ ਹੈ ਤੇ ਅਸੀਂ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ। ਕਈ ਇੱਥੇ ਸਾਬਕਾ ਸੈਨਿਕ ਜੋ ਹੈਗੇ ਆ ਉੱਥੇ ਆਪਣੀ ਜਾਨ ਦੇ ਚੁੱਕੇ ਨੇਗੇ ਔਰ ਅੱਜ ਬਾਰਡਰ 'ਤੇ ਜੋ ਤੈਨਾਤ ਸਾਬਕਾ ਸੈਨਿਕ ਮੌਜੂਦਾ ਸੈਨਿਕ ਨੇ ਉਹ ਅੱਜ ਮਜਬੂਰ ਹੋ ਰਹੇ ਨੇ ਦਿੱਲੀ ਦੇ ਵਿੱਚ ਆਉਣ ਨੂੰ। ਮੈਂ ਮੋਦੀ ਸਰਕਾਰ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਵਾਂ, ਜੇਕਰ 9 ਤਰੀਕ ਨੂੰ ਆਪਣੇ ਬਿੱਲ ਕੈਂਸਲ ਨਾ ਕੀਤਾ ਤਾਂ ਇਹ ਜੋ ਹੈ ਸੰਘਰਸ਼ ਹੈ ਇੱਕ ਨਵਾਂ ਮੋੜ ਲਏਗਾ। ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਤਰਨਾ ਦਲ ਜਥੇਬੰਦੀਆਂ ਪਹੁੰਚੇ ਨੇ ਉੱਥੇ। ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਗਰੇਟਾ ਕੌਮ ਦੇ ਯੋਧੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚੇ ਨੇ। ਅਸੀਂ ਉਹਨਾਂ ਦਾ ਹੌਸਲਾ ਅਫਜ਼ਾਈ ਕਰਦੇ ਹਾਂ ਤੇ ਉਹਨਾਂ ਨੂੰ ਅਸੀਂ ਪੂਰਾ ਸਹਿਯੋਗ ਦਿੰਦੇ ਹਾਂ ਕਿ ਜੇਕਰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਸਾਡੇ ਨਾਲ ਲੁਧਿਆਣੇ ਸੰਪਰਕ ਕਰ ਸਕਦੇ ਨੇ। ਜੋ ਜ਼ਿਮੀਂਦਾਰ ਔਰ ਤੇ ਰੰਗਰੇਟਾ ਮਜ਼੍ਹਬੀ ਕੌਮ ਦਾ ਨਾਤਾ ਹੈ, 9 ਮਾਸ ਦਾ ਨਾਤਾ, ਇਹ ਕਦੇ ਨਾ ਹੀ ਟੁੱਟਿਆ ਤੇ ਨਾ ਹੀ ਟੁੱਟਣਾ ਤੇ ਨਾ ਹੀ ਟੁੱਟੇਗਾ। ਕਿਸਾਨੀ ਸੰਘਰਸ਼ ਨੂੰ ਲੈ ਕੇ ਸ਼ਹਿਰ ਵਾਸੀਆਂ ਨੇ ਵੀ ਆਪਣਾ ਸਮਰਥਨ ਜ਼ਾਹਿਰ ਕੀਤਾ ਹੈ। ਪੰਜਾਬ ਵਿਕਾਸ ਮੰਚ ਦੀ ਗੱਲ ਕਰੀਏ ਤਾਂ ਇਸ ਦੇ ਮੈਂਬਰਾਂ ਦੇ ਵੱਲੋਂ ਸ਼ਹਿਰ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੇ ਦੌਰਾਨ ਕਾਲੀਆਂ ਝੰਡੀਆਂ ਨੂੰ ਵਾਹਨ ਤੇ ਲਾ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਭਾਰਤ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਉਹਨਾਂ ਨੇ ਸ਼ਹਿਰ ਵਾਸੀਆਂ ਦੇ ਅੱਗੇ ਅਪੀਲ ਕੀਤੀ ਹੈ ਕਿ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਬਣਾਇਆ ਜਾਵੇ। ਇਹ ਵਜ੍ਹਾ ਜੀ ਜਿਹੜਾ ਸੈਂਟਰਲ ਸਰਕਾਰ ਕਿਸਾਨਾਂ ਦੀ ਮੰਗਾਂ ਨਹੀਂ ਮੰਨ ਰਹੀ, ਉਹਨਾਂ ਇਹ ਨਜਾਇਜ਼ ਬਿੱਲ ਪਾਸ ਕਰੀ ਜਾ ਰਹੀ ਹੈ। ਕਿਸਾਨ ਤਾਂ ਸਿਰਫ ਆਪਣਾ ਹੱਕ ਮੰਗ ਰਿਹਾ ਜੀ। ਕਿਸਾਨ ਨੂੰ ਹੋਰ ਕੀ ਚਾਹੀਦਾ? ਕਿਸਾਨ ਆਪ ਆਪਣਾ ਸਮਾਨ ਵੇਚਣਾ ਚਾਹੁੰਦਾ ਹੈ, ਜੋ ਕਿ ਸੈਂਟਰਲ ਸਰਕਾਰ ਚਾਹੁੰਦੀ ਹੈ। ਮੋਦੀ ਅੰਬਾਨੀ ਅਡਾਨੀ ਹੋ ਗਏ, ਇਹ ਉਹਨਾਂ ਦੇ ਨੀਚੇ ਲੱਗ ਕੇ ਕੰਮ ਕਰ ਰਹੇ, ਜੋ ਨਹੀਂ ਕਰਨਾ ਚਾਹੀਦਾ ਸਰਕਾਰ ਨੂੰ। ਅੱਜ ਪੰਜਾਬ ਵਿਕਾਸ ਮੰਚ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਜਿਹੜੇ ਕਿ ਕਿਸਾਨ ਦਿੱਲੀ ਕੇਂਦਰ ਸਰਕਾਰ ਦੇ ਵਿਰੁੱਧ
ਜੋ ਕਿ ਖੇਤੀ ਕਾਨੂੰਨ ਪਾਸ ਕੀਤੇ ਗਏ ਹਨ ਉਹਨਾਂ ਦੇ ਵਿਰੁੱਧ ਪਾਸੇ ਕਰਾਉਣ ਲਈ, ਖਤਮ ਕਰਾਉਣ ਲਈ ਦਿੱਲੀ ਸੰਘਰਸ਼ ਤੇ ਬੈਠੇ ਹਨ। ਅਸੀਂ ਕਿਸਾਨਾਂ ਦੇ ਹੱਕ ਵਿੱਚ ਅੱਜ ਇੱਕ ਮੁਹਿੰਮ ਵਿੱਢੀ ਹੈ। ਕਾਲੀਆਂ ਝੰਡੀਆਂ ਦੇ ਨਾਲ ਅੱਜ ਕੇਂਦਰ ਸਰਕਾਰ ਦਾ ਅਸੀਂ ਵਿਰੋਧ ਕਰ ਰਹੇ ਹਾਂ ਤੇ ਮੋਦੀ ਸਰਕਾਰ ਦੇ ਖਿਲਾਫ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ। ਸਾਰੇ ਲੁਧਿਆਣੇ ਦੇ ਵਿੱਚ ਕਾਲੀਆਂ ਥਾਂ ਤੇ ਕਾਲੀਆਂ ਝੰਡੀਆਂ ਲਾ ਕੇ ਮੋਦੀ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕਰਾਂਗੇ। ਕਿਸਾਨੀ ਮੋਰਚੇ ਵਿੱਚ ਹਿੱਸਾ ਲੈਣ ਗਏ ਕਿਸਾਨ ਦੀ ਮੌਤ ਤੋਂ ਬਾਅਦ ਉਸ ਦੀ ਮ੍ਰਿਤਕ ਦੇ ਉਸਦੇ ਜੱਦੀ ਪਿੰਡ ਪਹੁੰਚੀ, ਜਿੱਥੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਿੰਡ ਇੱਕੋਲਾਹਾ ਦੇ ਕਿਸਾਨ ਰਵਿੰਦਰਪਾਲ ਸਿੰਘ ਗੁੱਡੂ 2 ਦਿਨ ਪਹਿਲਾਂ ਕਿਸਾਨੀ ਮੋਰਚੇ ਵਿੱਚ ਹਿੱਸਾ ਲੈਣ ਦੇ ਲਈ ਦਿੱਲੀ ਗਿਆ ਸੀ, ਜਿੱਥੇ ਉਸ ਦੀ ਅਚਾਨਕ ਮੌਤ ਹੋ ਗਈ। ਕਿਸਾਨ ਦੀ ਮ੍ਰਿਤਕ ਦੇ ਉਸਦੇ ਪਿੰਡ ਪੁੱਜਣ ਤੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਕਿਸਾਨੀ ਮੋਰਚੇ ਵਿੱਚ ਪਾਏ ਉਸ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਣ ਦੀ ਗੱਲ ਆਖੀ ਗਈ। ਇਸ ਦੌਰਾਨ ਕਿਸਾਨ ਮਜ਼ਦੂਰ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਪ੍ਰਦੀਪ ਕੁਮਾਰ ਹੈ ਜੀ। ਮੈਂ ਇਹਨਾਂ ਦਾ ਪੁੱਤਰ ਹਾਂ ਤੇ ਮੇਰੇ ਵੱਡੇ ਭਾਈ ਨੇ ਤੇ ਅੱਜ ਮੇਰੇ ਫਾਦਰ ਸ਼ਹੀਦ ਹੋਏ ਨੇ। ਸਾਨੂੰ ਮਾਣ ਹੈ ਕਿ ਪੰਜਾਬ ਲਈ ਕੁਝ ਕਰਕੇ ਗਏ ਨੇ। ਇਹਨਾਂ ਦਾ ਕੇਸ ਚੱਲਦਾ ਸੀਗਾ ਗਵਰਨਮੈਂਟ ਦੇ ਨਾਲ, ਉਹਦਾ ਕੀ ਹੋਇਆ ਜੀ? ਸਾਰੀ ਉਮਰ ਕੇਸ ਲੜੀ, ਸਾਰੀ ਉਮਰ ਕੇਸ ਨਿਕਲ ਗਈ। ਮੋਦੀ ਸਰਕਾਰ ਜਿੰਨੀਆਂ ਵੀ ਗਵਰਨਮੈਂਟਾਂ ਨੇ ਆਮ ਬੰਦੇ ਵਾਸਤੇ ਕੇਸ ਲੜਦੇ ਹੋਏ 4 ਵਾਰ ਬੰਦਾ ਕੇਸ ਜਿੱਤ ਕੇ ਵੀ ਬੰਦਾ ਹਾਰ ਗਿਆ ਪੂਰੀ ਜ਼ਿੰਦਗੀ ਦੀ ਲੜਾਈ ਹਾਰ ਗਿਆ ਆਪਣੇ ਗਵਰਨਮੈਂਟ ਦੀ। ਪਰ ਸਾਨੂੰ ਮਾਣ ਹੈ, ਸਾਨੂੰ ਸਾਡੇ ਬਾਪ ਤੇ ਸਾਨੂੰ ਮਾਨਦਾਰੀ ਜਿੱਤ ਕੇ ਵੀ ਬੰਦਾ ਹਾਰ ਜਾਂਦਾ, ਇੱਕ ਨੂੰ ਰੁਲਦਾ ਮਰਦਾ ਰੁਲਦਾ। ਕਿਸਾਨਾਂ ਪ੍ਰਤੀ ਸਨੇਹ ਸੀ, ਉਸੇ ਕਾਰਨ ਇਹ ਖੰਨੇ ਤੋਂ 25 ਤਰੀਕ ਤੋਂ ਇਹ ਸੰਘਰਸ਼ ਦਾ ਹਿੱਸਾ ਰਹੇ ਨੇ। ਉਸ ਦਿਨ ਅਸੀਂ ਸਰਪੰਚ ਸਾਹਿਬ ਅਸੀਂ ਸਾਰੇ ਇਹਨਾਂ ਨੂੰ ਮਿਲੇ ਤੇ ਇਹਨਾਂ ਨੂੰ ਕਿਹਾ ਵੀ ਠੰਡ ਬਹੁਤ ਆ, ਤੁਸੀਂ ਇਕੱਲਾ ਕੁੜਤਾ ਪਾਈ ਫਿਰਦੇ ਹੋ। ਕਹਿੰਦੇ ਸਾਨੂੰ ਕੋਈ ਫਿਕਰ ਨਹੀਂ, ਕੋਈ ਸਾਨੂੰ ਕਿਸੇ ਗੱਲ ਦੀ ਚਿੰਤਾ ਨਹੀਂ, ਅਸੀਂ ਸਾਡੇ ਨਾਲ ਕੁਝ ਵੀ ਵਾਪਰ ਜਾਵੇ, ਅਸੀਂ ਇਸ ਸੰਘਰਸ਼ 'ਚ ਜਦੋਂ ਤੱਕ ਇਹ ਸੈਂਟਰ ਦੀ ਸਰਕਾਰ ਸਾਡੀਆਂ ਇਹ ਮੰਗਾਂ ਨਹੀਂ ਮੰਨ ਲੈਂਦੀ ਉਦੋਂ ਤੱਕ ਅਸੀਂ ਇਸ ਸੰਘਰਸ਼ ਦਾ ਹਿੱਸਾ ਬਣੇ ਰਹਾਂਗੇ। ਹੋਇਆ ਵੀ ਇਸੇ ਤਰ੍ਹਾਂ, ਉੱਥੋਂ ਬਿਮਾਰ ਹੋ ਕੇ ਘਰ ਪਰਤੇ ਨੇ ਕਿਉਂਕਿ ਉਸੇ ਸੰਘਰਸ਼ 'ਚ ਬਿਮਾਰ ਹੋਏ ਨੇ। ਘਰੇ ਆ ਕੇ ਸਦਾ ਦੀ ਨੀਂਦ ਸੌਂਗੇ। ਸੋ ਬੜਾ ਦੁੱਖ ਹੈ। ਇਹਨਾਂ ਦੀ ਜੋ ਸ਼ਹੀਦੀ ਹੈ ਇਹ ਅਜਾਈ ਨਹੀਂ ਜਾਊਗੀ। ਇਹ ਸ਼ਹੀਦੀ ਦਾ ਮੁੱਲ ਪਊਗਾ, ਸੈਂਟਰ ਦੀਆਂ ਸਰਕਾਰਾਂ ਨੂੰ ਝੁਕਣਾ ਵੀ ਪਊਗਾ ਤੇ ਅਸੀਂ ਸਜਦਾ ਕਰਦੇ ਇਹਨਾਂ ਨੂੰ ਸਲਾਮ ਕਰਦੇ ਹਾਂ। ਇਹੋ ਜਿਹੇ ਜਿਹੜੇ ਇਨਸਾਨ ਨੇ, ਇਹੋ ਜਿਹੇ ਸਾਡੇ ਬਜ਼ੁਰਗ ਨੇ, ਇਹਨਾਂ ਸਦਕਾ ਹੀ ਅੱਜ ਸਾਡਾ ਦੇਸ਼ ਅੱਗੇ ਵਧ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਆਪਣੇ ਖੇਤੀ ਸੰਬੰਧੀ ਖੋਜਾਂ ਅਤੇ ਕਿਸਾਨੀ ਨੂੰ ਲਾਭਦਾਇਕ ਬਣਾਉਣ ਦੇ ਲਈ ਜਾਣੀ ਜਾਂਦੀ ਹੈ ਅਤੇ ਹੁਣ ਇਸ ਯੂਨੀਵਰਸਿਟੀ ਦੇ ਪੁਰਸਕਾਰਾਂ ਦੀ ਸੂਚੀ ਵਿੱਚ ਇੱਕ ਹੋਰ ਮਹੱਤਵਪੂਰਨ ਪ੍ਰਾਪਤੀ ਜੁੜ ਗਈ ਹੈ। ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ ਨੇ ਸਟੇਟ ਐਗਰੀਕਲਚਰ ਯੂਨੀਵਰਸਿਟੀ ਸੂਚੀ ਦੇ ਵਿੱਚ ਪਹਿਲਾ ਸਥਾਨ ਉਸ ਨੂੰ ਦਿੱਤਾ ਹੈ। ਉੱਥੇ ਹੀ ਐਗਰੀਕਲਚਰ ਯੂਨੀਵਰਸਿਟੀ ਸੂਚੀ 2020 ਦੀ ਰੈਂਕਿੰਗ ਦੇ ਵਿੱਚ ਐਗਰੀਕਲਚਰ ਯੂਨੀਵਰਸਿਟੀ ਐਂਡ ਇੰਸਟੀਚਿਊਟ ਨੂੰ ਦੂਜੀ ਪੋਜੀਸ਼ਨ ਮਿਲੀ ਹੈ। ਇਸ ਦੀ ਜਾਣਕਾਰੀ ਵੀਸੀ ਡਾਕਟਰ ਬਲਦੇਵ ਸਿੰਘ ਢਿੱਲੋਂ ਨੇ ਦਿੱਤੀ ਹੈ। ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ PAU ਨੂੰ ਇਸ ਕਾਮਯਾਬੀ ਦੇ ਲਈ ਵਧਾਈ ਦਿੱਤੀ ਹੈ। ਡਾਕਟਰ ਢਿੱਲੋਂ ਨੇ ਇਸ ਕਾਮਯਾਬੀ ਦਾ ਸਿਹਰਾ ਯੂਨੀਵਰਸਿਟੀ ਦੇ ਖੋਜਕਾਰਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਦਿੱਤਾ ਹੈ। ਉਧਰ ਆਲ ਇੰਡੀਆ ਕਾਂਗਰਸ ਸੋਸ਼ਲ ਸੰਸਥਾ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਉਦਘਾਟਨ ਦੇ ਮੌਕੇ ਤੇ ਕਾਂਗਰਸੀ ਵਿਧਾਇਕ ਸੰਜੇ ਤਲਵਾਰ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਅਤੇ ਉਹਨਾਂ ਨੇ ਰੀਬਨ ਕੱਟ ਕੇ ਇਸ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਹ ਸੰਸਥਾ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਲਈ ਪਹਿਲ ਕਰੇਗੀ। ਇਸ ਮੌਕੇ ਵਿਧਾਇਕ ਸੰਜੇ ਤਲਵਾਰ ਨੇ ਸੰਸਥਾ ਦੇ ਇਸ ਕਾਰਜਾਂ ਦੀ ਸ਼ਲਾਘਾ ਕੀਤੀ ਹੈ। ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਸ਼ਹਿਰ ਦੇ ਵਿੱਚ ਰਾਹੋਂ ਰੋਡ ਦੀ ਹਾਲਤ ਜਲਦ ਹੀ ਸੁਧਰੇਗੀ ਅਤੇ ਲੋਕਾਂ ਨੂੰ ਰਾਹੋਂ ਰੋਡ ਦੀ ਇੱਕ ਨਵੀਂ ਤਸਵੀਰ ਦੇਖਣ ਨੂੰ ਮਿਲੇਗੀ। ਇਸੇ ਦੌਰਾਨ ਕਿਸਾਨੀ ਸੰਘਰਸ਼ ਦੀ ਗੱਲ ਕਰਦੇ ਹੋਏ ਵਿਧਾਇਕ ਸੰਜੇ ਤਲਵਾਰ ਨੇ ਕਿਹਾ ਹੈ ਕਿ ਸ਼ਹਿਰ ਵਾਸੀਆਂ ਨੂੰ ਵੀ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਦੇ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਉਹਨਾਂ ਨੇ ਭਾਰਤ ਬੰਦ ਨੂੰ ਕਾਮਯਾਬ ਬਣਾਉਣ ਦੇ ਲਈ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ। ਅੱਜ ਵਰਧਮਾਨ ਕਲੋਨੀ ਦੇ ਵਿੱਚ, ਵਰਧਮਾਨ ਨਗਰ ਦੇ ਵਿੱਚ ਆਫਿਸ ਦੀ ਸ਼ੁਰੂਆਤ ਕੀਤੀ ਹੈ ਤਾਂ ਕਿ ਲੋਕਾਂ ਨੂੰ, ਚਾਹੇ ਉਹਦੀ ਕੋਈ ਪੈਨਸ਼ਨ ਦਾ ਇਸ਼ੂ ਹੈ, ਚਾਹੇ ਕੋਈ ਉਹਨਾਂ ਨੂੰ ਡਿਵੈਲਪਮੈਂਟ ਦੀ ਪ੍ਰੋਬਲਮ ਹੈ, ਚਾਹੇ ਕੋਈ ਉਹਨਾਂ ਦਾ ਸਮਾਰਟ ਕਾਰਡ ਦਾ ਇਸ਼ੂ ਹੈ, ਉਹ ਮਿਲ ਕੇ ਇਹਨਾਂ ਨੂੰ ਆਪਣੀ ਪ੍ਰੋਬਲਮ ਦੱਸ ਸਕਦੇ ਨੇ ਤੇ ਆਪਣੀ ਉਹਨਾਂ ਦੀ ਪ੍ਰੋਬਲਮ ਦਾ ਹੱਲ ਕਢਾएंगे। जी रोड के पास है, बस्ती थाने के पास, और ये वो शुरू है, ये एंड है, तो उन्होंने अपना विचार दिया में भी एक दफ्तर होना चाहिए ताकि लोग दूर, यहाँ के लोग अगर वहाँ कंप्लेन करने जाए तो दूर न हो सके, इसलिए नज़दीक में दफ्तर खोलने का काम किया जा रहा है। का हो, किसी भी तरह का जो है प्रॉब्लम हो, उसको हल इस दफ्तर के माध्यम से जाएगा और इसकी अगुवाई करता हमारे आबिद अंसारी जी को, इस दफ्तर का इंचार्ज इनको पक्ष में जो है हम लोग उनके साथ खड़ा है, उनके सपोर्ट में खड़े हैं और किसान के लिए कहीं भी जाने को तैयार है। जैसे भी होगा किसान जिस हिसाब से सपोर्ट मांगेंगे हम उसको देंगे।
ਲੁਧਿਆਣਾ ਦੇ ਵਿੱਚ ਵਿਕਾਸ ਕਾਰਜਾਂ ਦੀ ਲੜੀ ਤਹਿਤ ਵਾਰਡ ਨੰਬਰ 36 ਦੇ ਵਿੱਚ ਗਲੀਆਂ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ ਗਈ ਹੈ, ਜਿੱਥੇ ਇਲਾਕਾ ਨਿਵਾਸੀਆਂ ਦੇ ਵੱਲੋਂ ਸਰਕਾਰ ਦਾ ਧੰਨਵਾਦ ਜ਼ਾਹਿਰ ਕੀਤਾ ਗਿਆ। ਉੱਥੇ ਹੀ ਸਰਕਾਰ ਦੇ ਨੁਮਾਇੰਦਿਆਂ ਦੇ ਵੱਲੋਂ ਆਉਣ ਵਾਲੇ ਸਮੇਂ ਵਿੱਚ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕਰਨ ਦਾ ਭਰੋਸਾ ਦਿੱਤਾ ਗਿਆ। ਇਹ 2 ਕਰੋੜ ਦਾ ਫੰਡ ਮਿਲਿਆ ਸੀ ਮੰਤਰੀ ਸਾਹਿਬ ਵੱਲੋਂ, OSD ਸਾਹਿਬ ਵੱਲੋਂ। ਉਹਦੇ ਵਿੱਚੋਂ 67 ਲੱਖ ਦੀ ਲਾਗਤ ਨਾਲ ਜਿਹੜਾ ਪਹਿਲਾਂ ਵਰਕ ਆਰਡਰ ਹੋਏ ਨੇ, ਇਹ 67 ਲੱਖ ਦੀ ਨਾਲ ਵਰਕ ਆਰਡਰ ਵਿੱਚੋਂ ਗਲੀ ਨੰਬਰ 3.5 ਪ੍ਰੀਤ ਨਗਰ ਦਾ ਤੇ ਗਲੀ ਨੰਬਰ 3 ਤੇ ਗਲੀ ਨੰਬਰ 4 ਕੱਲ ਇਹ ਤੇ ਪਰਸੋਂ 2 ਦਿਨ 'ਚ ਮੁਕੰਮਲ ਹੋਣਗੀਆਂ। ਮੈਂ ਧੰਨਵਾਦ ਕਰਦਾ ਕੈਬਨਿਟ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਜੀ ਦਾ, OSD ਸ਼੍ਰੀ ਅੰਕਿਤ ਬੰਸਲ ਜੀ, ਮੈਂਬਰ ਆਫ ਪਾਰਲੀਮੈਂਟ ਸਰਦਾਰ ਰਮਨੀਤ ਸਿੰਘ ਬਿੱਟੂ ਜੀ ਦਾ, ਤੇ ਖਾਸ ਕਰਕੇ ਜਿਹੜੇ ਮਹੱਲਾ ਨਿਵਾਸੀ ਨੇ ਹਮੇਸ਼ਾ ਜਿਨ੍ਹਾਂ ਨੇ ਮੋਢੇ ਨਾਲ ਮੋਢਾ ਲਾਇਆ ਤੇ ਇਹਨਾਂ ਨੇ ਬਜ਼ੁਰਗਾਂ ਨੇ ਹਮੇਸ਼ਾ ਆਪਣਾ ਆਸ਼ੀਰਵਾਦ ਰੱਖਿਆ। ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ। ਵਾਰਡ ਦੀ ਡਿਵੈਲਪਮੈਂਟ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਹੁਣ ਚੱਲ ਰਹੀ ਹੈ, ਇਸ ਤੋਂ ਵੀ 3-4 ਗੁਣਾ ਵੱਧ ਤੇਜ਼ੀ ਨਾਲ ਚੱਲੂਗੀ। ਸਤਿਗੁਰੂ ਰਵਿਦਾਸ ਧਰਮ ਸਮਾਜ ਪੰਜਾਬ ਦੇ ਵੱਲੋਂ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਦੇ ਪ੍ਰੀ-ਨਿਰਵਾਣ ਦਿਵਸ ਦੇ ਮੌਕੇ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉੱਥੇ ਹੀ ਉਹਨਾਂ ਦੇ ਸਿਧਾਂਤਾਂ ਤੇ ਚੱਲਣ ਦੀ ਅਪੀਲ ਕੀਤੀ ਗਈ। ਇਸ ਦੌਰਾਨ ਇਸ ਸੰਸਥਾ ਦੇ ਆਗੂਆਂ ਨੇ ਕਿਹਾ ਹੈ ਕਿ ਡਾਕਟਰ ਭੀਮ ਰਾਓ ਅੰਬੇਦਕਰ ਨੇ ਹਰ ਵਰਗ ਦੇ ਲੋਕਾਂ ਦੇ ਭਲਾਈ ਲਈ ਕੰਮ ਕੀਤਾ ਹੈ ਅਤੇ ਦੇਸ਼ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਅੱਜ ਸਤਿਗੁਰੂ ਰਵਿਦਾਸ ਧਰਮ ਸਮਾਜ ਰਜਿਸਟਰਡ ਸਰਤਸ ਪੰਜਾਬ ਵੱਲੋਂ ਇੱਕ ਵਿਸ਼ਾਲ ਮੋਟਰਸਾਈਕਲ ਰੈਲੀ ਜੋ ਸ਼੍ਰੀ ਗੁਰੂ ਰਵਿਦਾਸ ਚੌਂਕ ਬਸਤੀ ਜੋਧੇਵਾਲ ਤੋਂ ਲੈ ਕੇ ਬਾਬਾ ਸਾਹਿਬ ਦੀ ਪ੍ਰਤਿਮਾ ਦੇ ਜਲੰਧਰ ਬਾਈਪਾਸ ਲੁਧਿਆਣਾ ਵਿਖੇ ਅੱਜ ਹੋਈ ਹੈ, ਜਿਹਦੇ ਵਿੱਚ ਸਾਰੇ ਹੀ ਸਾਡੇ ਯੂਥ ਦੇ ਆਗੂ ਔਰ ਯੂਥ ਦੇ ਸਾਡੇ ਜਿਹੜੇ ਨੌਜਵਾਨ ਸਾਥੀ ਹੈ ਸਾਰਿਆਂ ਨੇ ਭਰਵਾਂ ਹੁੰਗਾਰਾ ਦਿੱਤਾ। ਔਰ ਅੱਜ ਬਾਬਾ ਸਾਹਿਬ ਦਾ ਪ੍ਰੀ ਨਿਰਮਾਣ ਦਿਵਸ ਆ 6 ਦਸੰਬਰ, ਤੇ ਅੱਜ ਦੇ ਦਿਨ ਬਾਬਾ ਸਾਹਿਬ ਇਸ ਦੁਨੀਆ ਤੋਂ ਨਹੀਂ ਚਲੇ ਗਏ ਸੀ, ਪਰ ਉਹ ਹਮੇਸ਼ਾ ਸਾਡੇ ਦਿਲਾਂ ਦੇ ਅੰਦਰ ਜਿਹੜੇ ਉਹਨਾਂ ਦੀ ਵਿਚਾਰਧਾਰਾ ਔਰ ਉਹਨਾਂ ਦੇ ਜਿਹੜੇ ਉਹ ਆਪਣੇ ਖੁਦ ਸਾਡੇ ਦਿਲਾਂ ਦੇ ਅੰਦਰ ਜਿਹੜੇ ਆ ਮੌਜੂਦ ਨੇ। ਅੱਜ ਵੀ ਅੱਜ ਬਾਬਾ ਸਾਹਿਬ ਦਾ ਪ੍ਰੀ ਦਿਵਸ ਜਿਹੜਾ ਹੈਗਾ, ਅਸੀਂ ਸਾਰੇ ਸਮਾਜ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਸਤਿਗੁਰੂ ਰਵਿਦਾਸ ਧਰਮ ਸਮਾਜ ਸਰਤਸ ਵੱਲੋਂ ਕਿ ਜਿਵੇਂ ਕਿ ਅੱਜ ਨੌਜਵਾਨ ਸਾਥੀ ਸਾਡੇ ਨਾਲ ਆਏ ਆ, ਚੱਲ ਕੇ ਮੋਟਰਸਾਈਕਲ ਰੈਲੀ ਅਸੀਂ ਕੱਢੀ ਆ, ਇਹੀ ਸਾਥੀਆਂ ਨੂੰ ਸਿੱਖਿਆ ਦੇਣਾ ਚਾਹੁੰਦੇ ਔਰ ਇਹਨਾਂ ਨੂੰ ਗਾਂਹ ਸਮਝਾਉਣਾ ਚਾਹੁੰਦੇ ਹਾਂ ਕਿ ਜਿਵੇਂ ਬਾਬਾ ਸਾਹਿਬ ਨੇ ਸੰਵਿਧਾਨ ਲਿਖਿਆ ਸੀ, ਉਸ ਸੰਵਿਧਾਨ ਨੂੰ ਮੱਦੇਨਜ਼ਰ ਰੱਖਦੇ ਹੋਏ ਇਸੇ ਤਰ੍ਹਾਂ ਗਾਂਹ ਇਹ ਵੀ ਆਪਣੇ ਬੱਚਿਆਂ ਨੂੰ ਸਿੱਖਿਆ ਦਿੰਦੇ ਰਹਿਣ। ਔਰ ਜਿਵੇਂ ਕਿ ਸਾਡੇ ਕਿਸਾਨ ਭਾਈ ਦਿੱਲੀ 'ਚ ਧਰਨਾ ਲਾ ਕੇ ਬੈਠੇ ਆ, ਅਸੀਂ ਸਾਡੇ ਸਰਤਸ ਅਸੀਂ ਉਹਨਾਂ ਨੂੰ ਪੂਰਨ ਸਮਰਥਨ ਦਿੰਦੇ ਆ। ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ BR ਅੰਬੇਦਕਰ ਜੀ ਦੇ ਪ੍ਰੀ ਨਿਰਵਾਣ ਦਿਵਸ ਨੂੰ ਮੁੱਖ ਰੱਖ ਕੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਵਿਸ਼ੇਸ਼ ਸਮਾਗਮ ਉਲੀਕੇ ਗਏ। ਭਾਰਤੀ ਵਾਲਮੀਕੀ ਧਰਮ ਸਮਾਜ ਭਾਵਾਦਸਤੇ ਵੱਲੋਂ ਡਾਕਟਰ BR ਅੰਬੇਦਕਰ ਦੇ ਪ੍ਰੀ ਨਿਰਵਾਣ ਦਿਵਸ ਨੂੰ ਮੁੱਖ ਰੱਖ ਕੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿੱਥੇ ਪਾਰਟੀ ਪ੍ਰਮੁੱਖ ਅਸ਼ਵਨੀ ਸਹੋਤਾ ਦੀ ਅਗਵਾਈ ਹੇਠ ਭਾਰੀ ਇਕੱਠ ਨੂੰ ਬਾਬਾ ਸਾਹਿਬ ਤੇ ਦਿਖਾਏ ਮਾਰਗ ਤੇ ਚੱਲਣ ਦੀ ਅਪੀਲ ਕੀਤੀ ਗਈ। ਉੱਥੇ ਦੂਜੇ ਪਾਸੇ ਭਗਵਾਨ ਵਾਲਮੀਕੀ ਸੇਵਕ ਸੰਘ ਵੱਲੋਂ ਵੀ ਬਾਬਾ ਸਾਹਿਬ ਦੇ ਪ੍ਰੀ ਨਿਰਵਾਣ ਦਿਵਸ ਨੂੰ ਸ਼ਰਧਾਪੂਰਵਕ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਬਾਬਾ ਸਾਹਿਬ ਦੇ ਸਿਧਾਂਤਾਂ ਨੂੰ ਦੇਸ਼ ਦੇ ਵਿੱਚ ਲਾਗੂ ਕਰਨ ਦੀ ਮੰਗ ਕੀਤੀ ਗਈ ਅਤੇ ਉੱਥੇ ਹੀ ਦੂਸਰੇ ਪਾਸੇ ਸਰਬ ਜਨ ਕਲਿਆਣ ਪਰਿਸ਼ਦ ਦੇ ਵੱਲੋਂ ਵੀ ਵਿਸ਼ੇਸ਼ ਸਮਾਗਮ ਉਲੀਕਿਆ ਗਿਆ। ਇਸ ਦੌਰਾਨ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਕਰੋਨਾ ਮਹਾਮਾਰੀ ਦੇ ਦੌਰਾਨ ਲੋਕ ਸੇਵਾ ਕਰਨ ਵਾਲੇ ਡਾਕਟਰਾਂ ਅਤੇ ਨਰਸਾਂ ਅਤੇ ਹੋਰ ਬਾਕੀ ਲੋਕਾਂ ਨੂੰ ਅੰਬੇਡਕਰ ਗੌਰਵ ਪੁਰਸਕਾਰ ਦੇ ਨਾਲ ਸਨਮਾਨਿਆ ਗਿਆ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ 64ਵਾਂ ਮਹਾਪਰਿਨਿਰਮਾਣ ਦਿਵਸ ਸਰਬ ਜਨ ਕਲਿਆਣ ਪਰਿਸ਼ਦ ਵੱਲੋਂ ਮਨਾਇਆ ਜਾ ਰਿਹਾ ਔਰ ਇਸ ਮੌਕੇ ਦੇ ਉੱਤੇ ਅਸੀਂ ਜੋ ਕਰੋਨਾ ਕੋਵਿਡ-19 ਦੇ ਵਿੱਚ ਜਿਨ੍ਹਾਂ ਯੋਧਿਆਂ ਨੇ ਉਸ ਲੜਾਈ 'ਚ ਜੰਗ ਲੜੀ, ਜਿਵੇਂ ਕਿ ਡਾਕਟਰ, ਨਰਸਾਂ ਔਰ ਨਗਰ ਨਿਗਮ ਮੁਲਾਜ਼ਮ ਅਤੇ ਪੱਤਰਕਾਰ, ਇਹਨਾਂ ਸਾਰਿਆਂ ਨੂੰ ਅਸੀਂ ਅੱਜ ਡਾਕਟਰ ਅੰਬੇਡਕਰ ਗੌਰਵ ਅਵਾਰਡ ਦੇ ਨਾਲ ਸਨਮਾਨਿਤ ਕਰਨ ਜਾ ਰਹੇ ਹਾਂ ਕਿ ਜਿਨ੍ਹਾਂ ਨੇ ਇਸ ਸ਼ਹਿਰ, ਇਸ ਦੇਸ਼ ਨੂੰ ਬਚਾਇਆ ਔਰ ਬਾਬਾ ਸਾਹਿਬ ਜੀ ਦੇ ਦਿੱਤੇ ਹੋਏ ਮਾਰਗਾਂ ਦੇ ਉੱਤੇ ਚੱਲ ਕੇ ਰਾਸ਼ਟਰ ਨੂੰ ਜਿਹੜਾ ਉਹਨਾਂ ਨੇ ਮਜ਼ਬੂਤ ਕੀਤਾ। ਤੋ ਇਸ ਮੌਕੇ ਦੇ ਉੱਤੇ ਮੈਂ ਇਹੀ ਸੱਚੀ ਸ਼ਰਧਾਂਜਲੀ ਔਰ ਪੁਸ਼ਪਾਂਜਲੀ ਦਿੰਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਦੇਸ਼ ਹਿੱਤ ਦੇ ਵਿੱਚ ਆਪਣੇ ਰਾਸ਼ਟਰ ਦੇ ਲਈ ਸਾਰਿਆਂ ਨੂੰ ਇਕੱਠੇ ਹੋ ਕੇ ਉਹਦਾ ਮੁਕਾਬਲਾ ਕਰਨਾ ਚਾਹੀਦਾ। ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ, ਉਹਨਾਂ ਦਾ ਪ੍ਰੀ ਨਿਰਵਾਣ ਦਿਵਸ ਹੈ, ਜਿਨ੍ਹਾਂ ਬਾਰੇ ਕਿ 10ਵੀਂ ਪਾਤਸ਼ਾਹੀ ਬਾਰੇ ਵੀ ਗੱਲ ਕਹੀ ਜਾਂਦੀ ਕਿ ਇਹਨਾਂ ਨੇ ਆਪਣਾ ਸਰਬੰਸ ਦਾਨ ਕਰ ਦਿੱਤਾ ਸੀ। ਇਸੇ ਪ੍ਰਕਾਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਵੀ ਕਿ ਇਨ ਪੁੱਤਰਨ ਕੇ ਵਾਸਤੇ ਵਾਰ ਦੀਏ ਸੁਤਚਾਰ, ਕਿਉਂਕਿ ਬਾਬਾ ਸਾਹਿਬ ਦੇ ਵੀ 4 ਹੀ ਪੁੱਤਰ ਸੀਗੇ।
ਬਿਨਾਂ ਇਲਾਜ ਤੋਂ ਮਰ ਗਏ। ਸੋ ਇਹਨਾਂ ਦੇ ਅੱਜ ਜਿਹੜਾ ਪ੍ਰੀ ਨਿਵਾਰਨ ਦਿਵਸ ਹੈ ਉਸ ਸੰਬੰਧ 'ਚ ਭਗਵਾਨ ਵਾਲਮੀਕੀ ਸੇਵਕ ਸੰਘ ਵੱਲੋਂ ਅੱਜ ਇਹ ਸ਼ਰਧਾਂਜਲੀ ਸਮਾਰੋਹ ਕੀਤਾ ਗਿਆ, ਜਿਸ ਵਿੱਚ ਉਚੇਚੇ ਤੌਰ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਐਸਸੀ ਮੋਰਚਾ ਅਧਿਕਸ਼ ਸ਼੍ਰੀਮਾਨ ਰਾਜਕੁਮਾਰ ਟਵਾਲ ਜੀ ਪਹੁੰਚੇ ਨੇ, ਵੱਡੇ ਵੀਰ ਰਾਜੀਵ ਟੰਡਨ ਜੀ ਜਿਹੜੇ ਸ਼ਿਵ ਸੈਨਾ ਦੇ ਪ੍ਰਧਾਨ ਨੇ ਉਹ ਪਹੁੰਚੇ ਨੇ, ਔਰ ਬਹੁਤ ਸਾਰੇ ਇੱਥੇ ਸਮਾਜਿਕ ਕਾਰਜਕਰਤਾ ਪਹੁੰਚੇ ਨੇ। ਡਾਕਟਰ ਭੀਮਰਾਓ ਅੰਬੇਦਕਰ ਜੀ ਦਾ ਪ੍ਰੀ ਨਿਵਾਰਨ ਦਿਵਸ ਤੇ ਸ਼ਰਧਾਂਜਲੀ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਦੇ ਵਿੱਚ ਭਾਵਾਦਾ ਦੇ ਕੇਂਦਰੀ ਸੰਗਠਨ ਸਰਵੋੱਚ ਮੰਡਲ ਪ੍ਰਾਂਤੀ ਸੰਗਠਨ ਦੇ ਪ੍ਰਮੁੱਖ ਪਦਾਧਿਕਾਰੀ ਸ਼ਾਮਲ ਹੋਏ। ਅੱਜ ਸਾਰੇ ਵੀਰਾਂ ਵੱਲੋਂ ਇਕੱਠੇ ਹੋ ਕੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੂੰ ਸ਼ਰਧਾ ਸੁਮਨ ਭੇਂਟ ਕੀਤੇ। ਅੱਜ ਦੇ ਸ਼ਰਧਾਂਜਲੀ ਸਮਾਰੋਹ ਦੇ ਵਿੱਚ ਸਾਰੇ ਵੀਰਾਂ ਨੂੰ ਇਹੀ ਗੱਲ ਕੀਤੀ ਗਈ ਕਿ ਆਪਾਂ ਡਾਕਟਰ ਅੰਬੇਦਕਰ ਸਾਹਿਬ ਦੇ ਦਰਸਾਏ ਹੋਏ ਮਾਰਗ 'ਤੇ ਚੱਲਣਾ ਹੈ। ਜਿਹੜਾ ਉਹਨਾਂ ਦਾ ਮੂਲ ਮੰਤਰ ਸੀ ਪੜ੍ਹੋ ਜੁੜੋ ਸੰਘਰਸ਼ ਕਰੋ, ਉਹਦਾ ਜਿਹੜਾ ਅਸਲੀ ਮਾਇਨਾ ਸੀ ਵੀ ਸਮਾਜ ਦੇ ਵਿੱਚ ਸਮਰਸਤਾ ਲਿਆਉਣੀ, ਸ਼ਿਕਸ਼ਿਤ ਕਰਨਾ, ਉਸ ਚੀਜ਼ ਨੂੰ ਲੈ ਕੇ ਆਪਾਂ ਜਿਹੜਾ ਵਾ ਕੰਮ ਕਰਨਾ ਵਾ। ਤੇ ਇਸ ਲਈ ਆਪਾਂ ਡਾਕਟਰ ਅੰਬੇਦਕਰ ਸਾਹਿਬ ਦੇ ਮਿਸ਼ਨ ਨੂੰ ਆਪਾਂ ਜਨ ਜਨ ਦੇ ਘਰ ਘਰ ਪਹੁੰਚਾਉਣਾ ਹੈ। ਇਹੀ ਅੱਜ ਦੀ ਜਿਹੜੀ ਸੱਚੀ ਸ਼ਰਧਾਂਜਲੀ ਹੈ। ਜਾਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ। ਕਿਸਾਨੀ ਸੰਘਰਸ਼ ਦੇ ਵਿੱਚ ਅੱਗੇ ਆਏ ਸ਼ਹਿਰ ਵਾਸੀ, ਕਿਤੇ ਕੀਤੀ ਚਰਚ ਦੇ ਵਿੱਚ ਪ੍ਰਾਰਥਨਾ, ਕਿਤੇ ਦਿਖਾਏ ਸਰਕਾਰ ਨੂੰ ਕਾਲੇ ਝੰਡੇ। ਭਾਰਤ ਬੰਦ ਨੂੰ ਕਾਮਯਾਬ ਬਣਾਉਣ ਦੀ ਕੀਤੀ ਅਪੀਲ। ਕਿਸਾਨੀ ਮੋਰਚੇ ਵਿੱਚ ਕਿਸਾਨ ਦੀ ਹੋਈ ਮੌਤ, ਜੱਦੀ ਪਿੰਡ ਵਿੱਚ ਹੋਇਆ ਕਿਸਾਨ ਦਾ ਅੰਤਿਮ ਸੰਸਕਾਰ। 2 ਦਿਨ ਪਹਿਲਾਂ ਦਿੱਲੀ ਗਿਆ ਸੀ ਕਿਸਾਨ, ਅੰਤਿਮ ਸੰਸਕਾਰ ਦੇ ਮੌਕੇ ਕਿਸਾਨ ਦੇ ਲਈ ਲਗਾਏ ਨਾਅਰੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਵੱਡੀ ਪ੍ਰਾਪਤੀ, ਬੈਸਟ ਸਟੇਟ ਐਗਰੀਕਲਚਰ ਯੂਨੀਵਰਸਿਟੀ ਦਾ ਮਿਲਿਆ ਅਵਾਰਡ। ਐਗਰੀਕਲਚਰ ਯੂਨੀਵਰਸਿਟੀ ਰੈਂਕਿੰਗ 2020 ਦੇ ਵਿੱਚ ਪਹਿਲਾ ਸਥਾਨ ਕੀਤਾ ਹਾਸਲ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਵਧਾਈ। ਤੇ ਪ੍ਰੀ ਨਿਰਵਾਣ ਦਿਵਸ ਦੇ ਮੌਕੇ ਤੇ ਸੰਵਿਧਾਨ ਨਿਰਮਾਤਾ ਡਾਕਟਰ ਬੀ ਆਰ ਅੰਬੇਦਕਰ ਨੂੰ ਕੀਤਾ ਯਾਦ। ਵੱਖ-ਵੱਖ ਥਾਈਂ ਕਰਵਾਏ ਗਏ ਸਮਾਗਮ, ਬਾਬਾ ਸਾਹਿਬ ਦੇ ਸਿਧਾਂਤਾਂ ਤੇ ਪਹਿਰਾ ਦੇਣ ਦੀ ਆਖੀ ਗੱਲ। ਲੁਧਿਆਣਾ ਖਬਰਨਾਮਾ ਵਿੱਚ ਫਿਲਹਾਲ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।